ਹੈਲੋ ਗਾਇਸ, ਮੈਂ ਦਵਿੰਦਰ ਕੌਰ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਰਮਨ ਇੰਸਟੀਚਿਊਟ 'ਤੇ। ਅੱਜ ਸਾਡਾ ਟੌਪਿਕ ਹੈ ਹਿਸਟਰੀ ਆਫ ਇੰਡੀਅਨ ਇੰਗਲਿਸ਼ ਰਾਈਟਰਸ, ਸਬਜੈਕਟ ਇੰਗਲਿਸ਼, ਪਾਰਟ 1। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵੀ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਇੱਕ ਲੇਟੈਸਟ ਵੀਡੀਓ ਦਾ ਅਪਡੇਸ਼ਨ ਤੁਹਾਨੂੰ ਮਿਲ ਸਕੇ। ਇਸ ਚੈਨਲ 'ਤੇ ਤੁਹਾਨੂੰ ਪੀ-ਟੈਟ, ਸੀ-ਟੈਟ ਅਤੇ ਪਟਵਾਰੀ ਦੇ ਐਗਜ਼ਾਮ ਦੀ ਤਿਆਰੀ ਕਰਵਾਈ ਜਾਂਦੀ ਹੈ। ਮੈਨੂੰ ਆਸ ਹੈ ਕਿ ਤੁਹਾਡੇ ਲਈ ਜੋ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਲਈ ਹੈਲਪਫੁਲ ਰਹਿੰਦੀਆਂ ਹੋਣਗੀਆਂ। ਅਗਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਆ ਕਰੋ। ਥੈਂਕ ਯੂ। ਇੰਡੀਅਨ ਇੰਗਲਿਸ਼ ਲਿਟਰੇਚਰ। ਇੰਡੀਅਨ ਇੰਗਲਿਸ਼ ਲਿਟਰੇਚਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਭਾਰਤੀ ਅੰਗਰੇਜ਼ੀ ਸਾਹਿਤ ਦੀ। ਰੈਫਰ ਟੂ ਦਾ ਬੋਡੀ ਆਫ ਵਰਕ ਬਾਈ ਰਾਈਟਰਸ ਇਨ ਇੰਡੀਆ। ਅਸੀਂ ਉਹਨਾਂ ਰਾਈਟਰਸ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿ ਭਾਰਤ ਦੇ ਰਾਈਟਰ ਸੀ ਹੂ ਰਾਈਟਸ ਇਨ ਦਾ ਇੰਗਲਿਸ਼ ਲੈਂਗੁਏਜ ਐਂਡ ਹੂਜ਼ ਨੇਟਿਵ ਔਰ ਕੋ-ਨੇਟਿਵ ਲੈਂਗੁਏਜ ਕੁਡ ਬੀ ਵਨ ਆਫ ਦਾ ਨਿਊਮਰੀਅਸ ਲੈਂਗੁਏਜ ਆਫ ਇੰਡੀਆ। ਜਿਹੜੇ ਭਾਰਤ ਦੇ ਵਿੱਚ ਰਾਈਟਰ ਰਹਿ ਰਹੇ ਸੀ, ਲਿਖ ਰਹੇ ਸੀ ਭਾਰਤੀ ਸਾਹਿਤ ਬਾਰੇ, ਉਹਨਾਂ ਨੇ ਉੱਥੋਂ ਦੀ ਨੇਟਿਵ ਹੁੰਦਾ ਮੂਲ ਨਿਵਾਸੀ ਔਰ ਕੋ-ਨੇਟਿਵ ਹੁੰਦਾ ਦੇਸ਼ੀ ਭਾਸ਼ਾਵਾਂ। ਜਿਹੜੀਆਂ ਉੱਥੋਂ ਦੇ ਮੂਲ ਨਿਵਾਸੀ ਸੀਗੇ ਉਹਨਾਂ ਬਾਰੇ, ਉੱਥੋਂ ਦੀ ਜਿਹੜੀ ਭਾਸ਼ਾ ਸੀ ਆਮ ਬੋਲਚਾਲ ਦੀ, ਉਹਨਾਂ ਦੇਸੀ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਾਹਿਤ ਸੀਗਾ ਉਹ ਇੰਡੀਆ ਦਾ ਇਕੱਠਾ ਕੀਤਾ ਤੇ ਉਹਦੇ ਬਾਰੇ ਲਿਖਿਆ। ਨਿਊਮੇਰੀਅਸ ਲੈਂਗੁਏਜ ਹੁੰਦਾ ਕਈ ਭਾਸ਼ਾਵਾਂ ਨੂੰ ਮਿਲਾ ਕੇ ਉਹਦੇ ਬਾਰੇ ਲਿਖਿਆ। ਕਿਹਦੇ ਬਾਰੇ? ਇੰਡੀਅਨ ਇੰਗਲਿਸ਼ ਲਿਟਰੇਚਰ ਬਾਰੇ। ਸੈਕਿੰਡ ਹੈ ਇਟਸ ਅਰਲੀ ਹਿਸਟਰੀ ਬਿਗਿਨ ਵਿਦ ਦਾ ਵਰਕ ਆਫ ਮਾਈਕਲ ਮਧੂਸੂਦਨ ਦੱਤ followed by R.K. Narayan, Mukul Raj Anand and Raja Rao, who contributed to Indian fiction in the 1930th century. ਆਰੰਭ ਵਿੱਚ ਅਰਲੀ ਹਿਸਟਰੀ ਜਦੋਂ ਸਟਾਰਟ ਹੋਈ, ਕੰਮ ਇੰਗਲਿਸ਼ ਲਿਖਣ ਦਾ ਸਟਾਰਟ ਹੋਇਆ ਤਾਂ ਉਸ ਸਮੇਂ ਕੀ ਹੋਇਆ? ਆਰੰਭ ਦੇ ਵਿੱਚ ਮਾਈਕਲ ਮਧੂਸੂਦਨ ਦੱਤ ਸੀਗਾ, ਉਹਨਾਂ ਨੇ ਕਿਹਨਾਂ ਨੂੰ ਫੋਲੋ ਕੀਤਾ? ਉਹਨਾਂ ਨੇ R.K. ਨਰਾਇਣ, ਮੁਕਲ ਰਾਜ ਆਨੰਦ ਐਂਡ ਰਾਜਾ ਰਾਓ, ਜੋ ਕਿ ਉਸ ਸਮੇਂ ਦੇ ਅੰਗਰੇਜ਼ੀ ਸਾਹਿਤ ਲਿਖਣ ਦੇ ਵਿੱਚ ਯੋਗਦਾਨ ਪਾ ਰਹੇ ਸੀ, ਕੰਟਰੀਬਿਊਟ ਪਾ ਰਹੇ ਸੀਗੇ। ਫਿਕਸ਼ਨ ਹੁੰਦਾ ਜਦੋਂ ਆਪਾਂ ਕਹਿ ਸਕਦੇ ਹਾਂ ਵੀ ਕਾਲਪਨਿਕ ਲਿਖਣਾ ਜਾਂ ਕੋਈ ਕਥਾ ਲਿਖਣ ਦੇ ਲਈ ਅਸੀਂ ਕਲਪਨਾ ਦਾ ਸਹਾਰਾ ਲੈਂਦੇ ਹਾਂ, ਤਾਂ ਉਸ ਤਰ੍ਹਾਂ ਦੇ ਜਿਹੜੇ ਤਿੰਨ ਫੇਮਸ ਰਾਈਟਰ ਸੀ ਉਸ ਸਮੇਂ ਦੇ R.K. ਨਰਾਇਣ, ਮੁਕਲ ਰਾਜ ਆਨੰਦ ਐਂਡ ਰਾਜਾ ਰਾਓ, ਉਹ ਫੇਮਸ ਸੀ। ਤੇ ਮਾਈਕਲ ਮਧੂਸੂਦਨ ਨੇ ਉਹਨਾਂ ਦੇ ਅਕੋਰਡਿੰਗ ਹੀ, ਜਿੱਦਾਂ ਕਿ ਉਹ ਵਿਚਾਰਧਾਰਾ ਅਪਣਾ ਰਹੇ ਸੀ ਉਸ ਤਰ੍ਹਾਂ ਹੀ ਉਹਨਾਂ ਨੇ ਵੀ ਸਟਾਰਟ ਕੀਤਾ 1930 ਦੇ ਵਿੱਚ। It is associated with the works of members of the Indian diaspora such as V.S. Naipaul, Kiran Desai, Jhumpa Lahiri, Kovid Gupta, Agha Sayyid Ali, Rohino Mistry and Salman Rushdie, who are of Indian descent. ਉਸ ਸਮੇਂ ਦੇ ਜਿਹੜੇ ਵੀ ਰਾਈਟਰ ਸੀ ਲਾਈਕ ਨਾਇਪਾਲ ਸੀ ਜਾਂ ਜੁੰਪਾ ਸੀ, ਇਹਨਾਂ ਨੇ ਕੀ ਕੀਤਾ? ਉਸ ਸਮੇਂ ਜਿਹੜਾ ਲਿਖ ਰਹੇ ਸੀਗੇ, ਸਾਹਿਤ ਲਿਖ ਰਹੇ ਸੀਗੇ, ਉਹ ਇੱਕ ਬੜਾ ਹੀ ਡੀਸੈਂਟ ਸਾਹਿਤ ਸੀਗਾ। ਡੀਸੈਂਟ ਹੁੰਦਾ ਸੱਭਿਅਤ, ਇੱਕ ਸੱਭਿਅਤ ਸਾਹਿਤ ਲਿਖਣ ਦੀ ਇਹਨਾਂ ਨੇ ਸ਼ੁਰੂਆਤ ਕੀਤੀ। ਉਹਦੇ ਵਿੱਚ ਜਿਹੜੇ ਇਹ ਰਾਈਟਰਸ ਆ ਰਹੇ ਸੀ ਉਹਨਾਂ ਦੇ ਨਾਮ ਫੇਮਸ ਨੇ। It is frequently referred to as Indo-Aegean literature. Frequently ਹੁੰਦਾ ਅਕਸਰ ਜਾਂ ਵਾਰ-ਵਾਰ, ਅਕਸਰ ਜਾਂ ਵਾਰ-ਵਾਰ ਉਹ ਇਹੀ ਕਰ ਰਹੇ ਸੀ, ਜਿਹੜੇ ਇੰਡੋ-ਏਜੇਲੀਅਨ ਲਿਟਰੇਚਰ ਸੀਗਾ ਉਹਦੀ ਵਰਤੋਂ ਕੀਤੀ ਜਾ ਰਹੀ ਸੀ, ਉਹਨੂੰ ਲਿਖਿਆ ਜਾ ਰਿਹਾ ਸੀ। Indo-Aegean is a specific term in the sole context of writing that should be confused with Anglo-Indian. Indo-Alien ਸੀਗੇ ਜਿਹੜੇ, ਉਹਨਾਂ ਨੇ ਕੀ ਕੀਤਾ? ਇੱਕ ਮਾਤਰ ਰਾਈਟਿੰਗ ਸੀਗੀ ਉਸ ਸਮੇਂ ਲਿਖੀ ਜਾ ਰਹੀ ਸੀ, that should not be confused with Anglo-Indian. ਜਿਹੜੇ Anglo-Indian ਸੀ ਉਹ ਇੱਕ ਅਲੱਗ ਸੀਗਾ, ਇਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਸੀਗੀ ਕਿ ਉਹ ਦੋਨੋਂ ਸੀ ਜਿਹੜੀਆਂ ਵਿਚਾਰਧਾਰਾਵਾਂ
ਇੰਡੋ ਤੇ ਐਂਗਲੋ ਦੋਨੋਂ ਇੱਕੋ ਸੀਗੀ, ਅਲੱਗ-ਅਲੱਗ ਸੀਗੀਆਂ। ਸੋਲਿਡ ਹੁੰਦਾ ਇੱਕ ਮਾਤਰ, ਸੋਇਲ ਹੁੰਦਾ ਇੱਕ ਮਾਤਰ। As a category, this post-colonial comes in the bordered realm of post-colonial literature, the production from previously consolidated countries such as India। ਜੇਕਰ ਆਪਾਂ ਸ਼੍ਰੇਣੀਵਾਦ ਅਧਿਐਨ ਕਰੀਏ ਤਾਂ ਉਸ ਸਮੇਂ ਪੋਸਟ ਕਲੋਨੀਅਲ comes in the bordered means ਵਿਆਪਕ, ਰਿਲੇਮ ਹੁੰਦਾ ਖੇਤਰ। ਤਾਂ ਉਸ ਸਮੇਂ ਅਲੱਗ-ਅਲੱਗ ਇੱਕ ਤਾਂ ਵਿਆਪਕ ਖੇਤਰ ਸੀਗਾ ਜਿਹਦੇ ਵਿੱਚ ਜਿਹੜੀਆਂ ਉਹ ਬਸਤੀਆਂ ਸੀਗੀਆਂ ਕਿ ਜਿਹੜੀਆਂ ਕਿ ਵਸ ਰਹੀਆਂ ਸੀ, ਮਤਲਬ ਉਪਨਿਵੇਸ਼ ਕਰ ਰਹੀਆਂ ਸੀਗੀਆਂ ਭਾਰਤ ਵਿੱਚ। ਮਤਲਬ ਉਹ ਕੰਟਰੀਜ਼ ਆ ਜਿੱਦਾਂ ਸੀ ਇੰਡੀਆ ਹੈ, ਇੰਡੀਆ ਇੱਕ ਇੱਦਾਂ ਦਾ ਦੇਸ਼ ਸੀਗਾ ਉਸ ਸਮੇਂ ਕਿ ਜਿਹੜਾ ਆਪਣੇ ਆਪ ਨੂੰ ਸਥਾਪਿਤ ਕਰਨ ਜਾ ਰਿਹਾ ਸੀਗਾ ਉਤਪਾਦਨ ਦੇ ਖੇਤਰ ਵਿੱਚ। ਤਾਂ ਉਸ ਸਮੇਂ ਮਤਲਬ ਜਿਹੜਾ ਸਾਹਿਤ ਸੀਗਾ ਉਹ ਸਾਹਿਤ ਵੀ ਉਸ ਸਮੇਂ ਦੇਸ਼ ਦੇ ਵਿੱਚ ਵਿਕਸਿਤ ਹੋ ਰਿਹਾ ਸੀਗਾ। ਅੱਗੇ ਆ ਗਿਆ ਹਿਸਟਰੀ ਆਫ ਇੰਡੀਅਨ ਇੰਗਲਿਸ਼ ਲਿਟਰੇਚਰ। Indian English literature has a relatively recent history, being only 1.5 century old। ਜਿਹੜੀ ਭਾਰਤੀ ਅੰਗਰੇਜ਼ੀ ਸਾਹਿਤ ਸੀਗਾ ਇਹ ਕੁਝ ਤਕਰੀਬਨ 1.5 ਸਦੀ ਪੁਰਾਣੀ, ਮਤਲਬ ਪੁਰਾਣਾ ਸੀਗਾ। ਜੋ ਸਾਡੀ ਹਿਸਟਰੀ ਹੈ 1.5 ਸਦੀ ਪੁਰਾਣੀ ਸੀ। The first book written by an Indian in English was Travel of Deccan Muhammad, a travel narrative by Sheikh Deccan Muhammad, published in England in 1793। ਜੋ ਭਾਰਤ ਵਿੱਚ ਪਹਿਲੀ ਬੁੱਕ ਲਿਖੀ ਗਈ ਸੀਗੀ ਉਹ ਸੀਗੀ ਭਾਰਤੀਆਂ ਦੁਆਰਾ, ਭਾਰਤੀ ਸੀ, ਮੁਹੰਮਦ ਸੀਗੀ, ਉਹਨਾਂ ਨੇ ਯਾਤਰਾ ਕੀਤੀ ਸੀਗੀ, ਇਸ ਕਰਕੇ ਉਹਨਾਂ ਦੀ ਬੁੱਕ ਦਾ ਨਾਮ ਵੀ ਇਹੀ ਪੈ ਗਿਆ ਸੀ, ਬੁੱਕ ਆਫ ਡੈਕਨ ਮੁਹੰਮਦ। ਤਾਂ ਉਹਨਾਂ ਨੇ ਇਹ ਟਰੈਵਲ ਕੀਤੀ ਤੇ ਇਹਦੇ ਬਾਰੇ ਹੀ ਉਹਨਾਂ ਨੇ ਜਿਹੜਾ ਸੀਗਾ ਦੀਨ ਮੁਹੰਮਦ, ਉਹਨਾਂ ਨੇ ਮਤਲਬ ਆਪਣੀ ਜਿਹੜੀ ਇਹ ਬੁੱਕ ਸੀਗੀ 1793 ਵਿੱਚ ਪਬਲਿਸ਼ ਕੀਤੀ। In its early stage, Indian English literature was influenced by the Western novels। ਤੇ ਉਸ ਤੋਂ ਬਾਅਦ ਆਰੰਭਿਕ ਸਟੇਜ ਦੇ ਵਿੱਚ ਜਿਹੜਾ ਇੰਗਲਿਸ਼ ਲਿਟਰੇਚਰ ਸੀਗਾ ਉਹ ਪ੍ਰਭਾਵਿਤ ਹੋਇਆ ਜਿਹੜੇ ਵੈਸਟਰਨ ਦੇ ਨਾਵਲ ਸੀਗੇ ਲਿਖੇ ਜਾ ਰਹੇ ਸੀ ਉਹਨਾਂ ਦਾ ਵੀ ਉਹਨਾਂ ਤੇ ਇਫੈਕਟ ਪਿਆ। Early Indian writers used English unadulterated by Indian words to convey an experience which was essentially Indians। ਤਾਂ ਉਸ ਸਮੇਂ ਜਿਹੜਾ ਰਾਈਟਰ ਸੀਗੇ ਉਹ ਲਿਖ ਰਹੇ ਸੀਗੇ, ਉਹਨਾਂ ਨੇ ਆਪਣੇ ਜੋ ਵੀ ਉਹਨਾਂ ਦਾ ਐਕਸਪੀਰੀਅੰਸ ਸੀਗਾ ਤੇ ਉਹਨਾਂ ਜੋ ਵੀ ਕਨਵੇ ਕਰਨ ਦਾ ਮੈਥਡ ਸੀ ਉਹਨਾਂ ਨੇ ਆਪਣਾ ਜਿਹੜਾ ਇੱਕ ਢੰਗ ਸੀਗਾ ਉਹ ਅਪਣਾਇਆ ਸੀ। ਬੰਕਿਮ ਚੰਦਰ ਚਟੋਪਾਧਿਆਏ 1838 to 1894 wrote Raja Mohan's Wife and published it in 1864। ਬੰਕਿਮ ਚੰਦਰ ਚਟੋਪਾਧਿਆਏ ਸੀ, ਉਹਨਾਂ ਨੇ ਜਿਹੜਾ ਨਾਵਲ ਲਿਖਿਆ ਸੀਗਾ ਉਹ ਲਿਖਿਆ ਸੀ ਰਾਜਾ ਮੋਹਨਜ਼ ਵਾਈਫ ਦੇ ਉੱਪਰ ਲਿਖਿਆ ਸੀਗਾ ਤੇ ਉਹਨੂੰ ਪਬਲਿਸ਼ ਕੀਤਾ 1864 ਵਿੱਚ। It is a first Indian novel written in English। It's very important। ਫਸਟ ਨਾਵਲ ਸੀ ਇਹ ਇੰਗਲਿਸ਼ ਦੇ ਵਿੱਚ 1864 ਦੇ ਵਿੱਚ, ਰਾਜ ਮੋਹਨਜ਼ ਵਾਈਫ। Raja Rao 98 to 2006 Indian philosopher and writer, authored Kantpura and the Serpent and the Rope, which are Indian in terms of their storytelling qualities। ਰਾਜਾ ਰਾਓ ਸੀਗੇ ਜਿਹੜੇ ਉਹ ਭਾਰਤੀ ਫਿਲੋਸਫਰ ਸੀ, ਰਾਈਟਰ ਸੀ, ਆਥਰ ਸੀ ਤੇ ਉਹਨਾਂ ਨੇ ਬੁੱਕ ਲਿਖੀ ਸੀਗੀ ਦ ਸਰਪੈਂਟ ਐਂਡ ਦਾ ਰੋਪ।
ਤੇ ਇਹ ਉਹਨਾਂ ਦੀ ਇੱਕ ਮਤਲਬ ਸਟੋਰੀ ਟੈਲਿੰਗ, ਇੱਕ ਕਹਾਣੀ ਕਹਿਣ ਦਾ ਇੱਕ ਬਹੁਤ ਹੀ ਵਧੀਆ ਮੈਥਡ ਸੀ, ਜਿਹਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਕਿਵੇਂ ਹੁੰਦੀ ਹੈ, ਉਹਦੀਆਂ ਕੁਆਲਿਟੀਜ਼, ਉਹਦੀਆਂ ਗੁਣ ਸੀ ਜਿਹੜੇ ਇਹਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਸਰਪੈਂਟ ਹੁੰਦਾ ਨਾਗਿਨ। Kisari Mohan Ganguly translated the Mahabharata into English, the only time the epic has ever been translated in its entirety into a European language. Kisari ਗਾਂਗੁਲੀ ਸੀ ਜਿਹੜੇ ਉਹਨਾਂ ਨੇ ਫਸਟ ਟਾਈਮ ਸੀ ਜਿਹੜਾ ਮਹਾਭਾਰਤ ਇੱਕ ਮਹਾਕਾਵਿ ਮੰਨਿਆ ਜਾਂਦਾ, ਜਿਹਨੂੰ ਪਹਿਲੀ ਵਾਰੀ ਇੱਕ ਯੂਰਪੀਅਨ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਸੀ। ਰਵਿੰਦਰਨਾਥ ਟੈਗੋਰ 1861 to 1941 wrote in Bengali and English and was responsible for the translations of his own work into English. ਰਵਿੰਦਰਨਾਥ ਟੈਗੋਰ ਸੀ ਜਿਹੜੇ ਉਹਨਾਂ ਨੇ ਬੰਗਾਲੀ ਸਾਹਿਤ ਵਿੱਚ ਤੇ ਇੰਗਲਿਸ਼ ਸਾਹਿਤ ਦੋਨਾਂ ਵਿੱਚ ਲਿਖਿਆ, ਤੇ ਉਹਨਾਂ ਨੇ ਆਪਣੇ ਹੀ ਕੰਮ ਨੂੰ ਜੋ ਉਹਨਾਂ ਨੇ ਬੰਗਾਲੀ ਵਿੱਚ ਲਿਖਿਆ ਸੀ ਉਹਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕੀਤਾ, ਤੇ ਉਹਨਾਂ ਦਾ ਫੇਮਸ ਸੌਂਗ ਸੀਗਾ ਜਿਹੜਾ ਉਹਦੇ ਲਈ ਵੀ ਫੇਮਸ ਸੀਗੇ। ਧੰਨ ਗੋਪਾਲ ਮੁਖਰਜੀ 1890 or 1936 was the first Indian author to win a Literacy Award in the United Nations. ਪਹਿਲੇ ਇੰਡੀਅਨ ਸੀ ਇਹ ਜਿਨ੍ਹਾਂ ਨੂੰ ਕਿ ਪਹਿਲਾ ਇੱਕ ਅਵਾਰਡ ਮਿਲਿਆ ਸੀਗਾ ਸਾਹਿਤ ਦੇ ਉੱਪਰ ਯੂਨਾਈਟਿਡ ਸਟੇਟ ਵੱਲੋਂ। ਨੀਰਜ ਚੰਦਰ ਚੌਧਰੀ 1897 to 1999, a writer of non-fiction, is best known for the autobiography of an unknown Indian 1951, in which he relates his life experience and influences. ਨੀਰਜ ਚੰਦ ਚੌਧਰੀ ਸੀ ਜਿਹੜੇ ਉਹਨਾਂ ਨੇ ਨੌਨ ਫਿਕਸ਼ਨਸ ਮਤਲਬ ਲਿਖਿਆ ਸੀ ਉਹਨਾਂ ਨੇ, ਤੇ ਇਹਦੇ ਵਿੱਚ ਉਹਨਾਂ ਨੇ ਆਪਣੀ ਹੀ ਆਤਮ ਕਥਾ ਲਿਖੀ ਸੀਗੀ ਅਨਨੋਨ ਇੰਡੀਅਨ, ਇੱਕ ਬਹੁਤ ਹੀ ਫੇਮਸ ਬੁੱਕ ਸੀ ਉਹਨਾਂ ਦੇ, ਉਹਨਾਂ ਨੇ ਆਪਣੇ ਐਕਸਪੀਰੀਅੰਸ ਲਿਖੇ ਸੀ। ਪੀ ਲਾਲ 2010, a poet, translator, publisher and essayist, founded a press in the 1950 for Indian English writer workshops. ਪੀ ਲਾਲ ਸੀ ਜਿਹੜੇ ਉਹ ਇੱਕ ਬਹੁਤ ਹੀ ਵਧੀਆ ਪੋਇਟ, ਟ੍ਰਾਂਸਲੇਟਰ, ਪਬਲਿਸ਼ਰ ਤੇ ਐਸੇਲਿਸਟ ਵੀ ਸੀਗੇ, ਤੇ ਉਹਨਾਂ ਨੇ ਪ੍ਰੈਸ ਵੀ ਮਤਲਬ ਆਪਣੀ ਪਬਲਿਸ਼ ਕੀਤੀ ਸੀ 1950 ਦੇ ਵਿੱਚ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇੰਗਲਿਸ਼ ਲਿਟਰੇਚਰ ਲਿਖਣ ਦਾ ਜਿਹੜਾ ਕੰਮ ਸੀਗਾ ਉਹ ਸਟਾਰਟ ਕੀਤਾ ਸੀ। ਰਾਮਨਾਥ ਕਾਖ 1917 to 1993, a Kashmiri veterinarian. ਰਾਮਨਾਥ ਕਾਖ ਸੀ ਜਿਹੜੇ ਉਹ ਇੱਕ ਕਸ਼ਮੀਰੀ ਸੀ ਪਸ਼ੂ ਚਿਕਿਤਸਕ ਸੀਗੇ। wrote his autobiography Autumn Leaves, which is one of the most vivid portraits of the life in 20th century Kashmir and has become a sort of a classic. ਇੱਕ ਬਹੁਤ ਹੀ ਵਧੀਆ ਮਤਲਬ ਸਟੋਰੀ ਸੀ ਇਹਦੇ ਵਿੱਚ 20ਵੀਂ ਸਦੀ ਦੀ ਕਸ਼ਮੀਰ ਦੇ ਵਿੱਚ, ਤੇ ਉਹਨਾਂ ਨੇ ਉਹਦੇ ਵਿੱਚ ਆਪਣੇ ਵਿਚਾਰ ਉਸ ਸਮੇਂ ਦੇ ਜੋ ਕਿ ਪਤਝੜ ਦੀ ਮੌਸਮ ਸੀ ਉਹਦੇ ਬਾਰੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਸੀਗੇ ਲਿਖੇ, ਜਿਹੜੇ ਕਿ ਕਲਾਸਿਕ ਰੂਪ ਤੋਂ ਮਤਲਬ ਇੱਕ ਡੀਸੈਂਟ ਲੁੱਕ ਤੋਂ ਲਿਖੇ ਹੋਏ ਸੀਗੇ। ਅਨੀਤਾ ਦੇਸਾਈ was a shortlist by the Booker Prize 3 times, received a Sahit Akademi Award in 1978 for her novel Fire on the Mountain and a British Guardian Prize for The Village by the Sea. ਅਨੀਤਾ ਦੇਸਾਈ ਸੀ ਜਿਹੜੇ ਉਹਨਾਂ ਨੂੰ ਦੋ ਮਤਲਬ ਬੁੱਕਸ ਸੀ ਜਿਹੜੀਆਂ ਉਹਨਾਂ ਦੀ ਫਾਇਰ ਔਨ ਦਾ ਮਾਊਂਟੇਨ ਐਂਡ ਦਾ ਵਿਲੇਜ ਬਾਈ ਦਾ ਸੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ। Her daughter, Kiran Desai, won the 2006 Man Booker Prize for her second novel, The Enhance of Loss. Ruskin Bond received a Sahitya Akademi Award for his collection of short stories, Our Trees Still Grow in Dehra in 1992. ਉਹਨਾਂ ਨੇ ਵੀ ਇਹ ਇਨਾਮ ਪ੍ਰਾਪਤ ਕੀਤਾ ਸੀ।
He is also the author of a historical novel, A Flight of Pigeons, which is based on the episode during the Indian Revolution of 1857. ਜਿਹੜੇ ਬੌਂਡ ਸੀਗੇ ਉਹਨਾਂ ਨੂੰ ਇੱਕ ਆਪਣੀ ਹਿਸਟੋਰੀਕਲ ਨਾਵਲ ਅ ਫਲਾਈਟ ਆਫ ਪਿਜਨਸ ਦੇ ਲਈ ਵੀ ਨਾਵਲ ਮਿਲਿਆ, ਪੁਰਸਕਾਰ ਮਿਲਿਆ ਸੀਗਾ, ਜਿਹੜਾ ਕਿ ਉਹਨਾਂ ਨੇ ਉਸ ਸਮੇਂ 1857 ਦੀ ਕ੍ਰਾਂਤੀ ਦੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਦੀ ਸਟੋਰੀ ਨੂੰ ਬੇਸ ਬਣਾ ਕੇ ਲਿਖਿਆ ਸੀਗਾ। ਅੱਗੇ ਆ ਗਈਆਂ ਫੇਮਸ ਇੰਡੀਅਨ ਇੰਗਲਿਸ਼ ਰਾਈਟਰਸ ਬੁੱਕਸ, ਤੇ ਜੋ ਵੀ ਉਸ ਸਮੇਂ ਦੇ ਫੇਮਸ ਇੰਗਲਿਸ਼ ਰਾਈਟਰ ਸੀਗੇ ਉਹ ਸੀ ਆਰ ਕੇ ਨਾਰਾਇਣ। ਇਹਨਾਂ ਦੀ ਬੁੱਕ ਸੀਗੀ ਫੇਮਸ ਸਵਾਮੀ ਐਂਡ ਫਰੈਂਡਸ। ਮੁਕਲ ਰਾਜ ਆਨੰਦ, ਇਹਨਾਂ ਨੇ ਜਿਹੜਾ ਬੇਸ ਬਣਾ ਕੇ ਲਿਖਿਆ ਸੀ ਉਹ ਪੂਅਰ ਪੀਪਲ ਦੀ ਸਟੋਰੀ ਨੂੰ ਬੇਸ ਬਣਾ ਕੇ ਲਿਖਿਆ ਸੀਗਾ। ਦ ਕੁਲੀ ਉਹਨਾਂ ਦੀ ਫੇਮਸ ਬੁੱਕ ਸੀਗੀ। ਖੁਸ਼ਵੰਤ ਸਿੰਘ ਵੀ ਫੇਮਸ ਸੀ ਤੇ ਉਹਨਾਂ ਨੇ ਪੰਜਾਬੀ ਸਾਹਿਤ ਇੰਗਲਿਸ਼ ਸਾਹਿਤ ਦੋਨਾਂ ਵਿੱਚ ਹੀ ਲਿਖਿਆ। ਰਸਕਿਨ ਬੌਂਡ, ਉਹਨਾਂ ਦੀ ਫੇਮਸ ਬੁੱਕਸ ਦਾ ਨਾਮ ਸੀ ਦ ਬਲੂ ਅੰਬਰੇਲਾ। ਮਨੋਹਰ ਮਾਲ ਗਵੰਕਰ, ਇਹਨਾਂ ਦੀ ਪ੍ਰਸਿੱਧ ਬੁੱਕਸ ਦਾ ਨਾਮ ਸੀ ਦ ਡੈਵਿਲਸ ਵਿੰਡ। ਨੀਰਜ ਚੰਦਰ ਚੌਧਰੀ, ਇਹਨਾਂ ਦੀ ਫੇਮਸ ਬੁੱਕ ਦਾ ਨਾਮ ਸੀ ਅਨਨੋਨ ਇੰਡੀਆਜ਼। ਅਰੁੰਧਤੀ ਰਾਏ, ਦ ਗॉड ऑफ स्मॉल थिंग्स। अरविंद अदिगा, किरण देसाई, विक्रम सेठी, अमिताभ घोष, जीत थायाई, सुशीला थोर, बीबी लाल, आर सी मजूमदार ते शेखर ਬੰਦੋਪਾਧਿਆਏ, ਇਹ ਵੀ ਫੇਮਸ ਨੇ। ਇਹਨਾਂ ਦੇ ਨਾਮ ਯਾਦ ਕਰਨੇ ਜ਼ਰੂਰੀ ਨੇ ਕਿ ਇੰਗਲਿਸ਼ ਸਾਹਿਤ ਦੇ ਵਿੱਚ ਕਿਹੜੇ ਕਿਹੜੇ ਰਾਈਟਰ ਆਏ ਸੀ ਜਿਨ੍ਹਾਂ ਨੇ ਇੰਗਲਿਸ਼ ਸਾਹਿਤ ਬਾਰੇ ਲਿਖਿਆ। ਬਿਪਨ ਚੰਦਰਾ, ਸ਼੍ਰੀਨਾਥ ਰਾਘਵਨ, ਸੰਜੀਵ ਸਾਨਿਆਲ, ਅੰਜੂ ਥਰ, ਸਵਾਮੀ ਵਿਵੇਕਾਨੰਦ। ਸਵਾਮੀ ਵਿਵੇਕਾਨੰਦ ਸੀਗੇ ਜਿਹੜੇ, ਉਹਨਾਂ ਦਾ ਰੀਅਲ ਨਾਮ ਸੀ ਨਰਿੰਦਰ ਨਾਥ ਦੱਤ। ਸੀ ਰਾਜ ਗੋਪਾਲਚਾਰੀ, ਸੀ ਰਾਜ ਗੋਪਾਲਚਾਰੀ ਸਾਡੇ ਲਾਸਟ ਗਵਰਨਰ ਜਨਰਲ ਵੀ ਸੀਗੇ ਇੰਡੀਆ ਦੇ ਤੇ ਇੱਕ ਲਾਇਰ ਵੀ ਸੀਗੇ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਪਾਈ ਜਾਂਦੀਆਂ ਸੀ ਤੇ ਕਾਫੀ ਇੰਪੋਰਟੈਂਟ ਵੀ ਨੇ ਇਹ। ਪ੍ਰਤਿਭਾ ਰਾਵੇ, अशोक के बैंकर, देवदत्त पटनिक, अश्विन संघी, इंदु सुंदरंजन, विनीत वाजपेयी, अमीश त्रिपाठी, आनंद नीलाकंठन, चित्रा बैनर्जी, दीवा करुणी, कृष्णा उदयशंकर, पमेश जजूरी, प्रीति सनोए, रविंदर सिंह, दुर्जोय दत्त, सुदीप नाकर, चेतन भगत, विक्रम चंद्रा। रवि सुब्रमण्यम, नवलीन चक्रवर्ती, भास्कर चट्टोपाध्याय, सलील देसाई, मधुमिता भट्टाचार्य, अनीता नैयर, समिता बासु, इंदिरा दास, सुकन्या वेंकट रघवन, श्वेता तनेजा, विक्रम बाल गोपाल, शोभा नेहलानी, अरुण रमन, राजश्री,
स्वेति कौशल, देविता काला, मीनाक्षी रेड्डी माधवन, रॉबिन शर्मा, शिव खेड़ा, सदगुरु, राधा कृष्ण पिल्लाई, प्रकाश अय्यर ਤੇ ਓਮ ਪ੍ਰਕਾਸ਼। ਇਹ ਫੇਮਸ ਰਾਈਟਰ ਸੀ ਜਿਨ੍ਹਾਂ ਨੇ ਇੰਗਲਿਸ਼ ਲਿਟਰੇਚਰ 'ਤੇ ਕੰਮ ਕੀਤਾ ਸੀ। ਇਹਦੇ ਵਿੱਚੋਂ ਕੁਝ ਕੁ ਫੇਮਸ ਨੇ, ਉਹਨਾਂ ਦੇ ਤੁਸੀਂ ਬੁੱਕਸ ਦੇ ਨਾਮ, ਉਹਨਾਂ ਨੂੰ ਕਿਹੜੇ ਅਵਾਰਡ ਮਿਲੇ ਤੇ ਉਹਨਾਂ ਨੇ ਕਿਸ ਖੇਤਰ 'ਤੇ ਕੰਮ ਕੀਤਾ ਉਹ ਤੁਸੀਂ ਨੋਟ ਕਰ ਲਿਓ ਪਲੀਜ਼। ਹੋਪ ਹੈ ਕਿ ਤੁਹਾਨੂੰ ਇਹ ਕਲਾਸ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ ਵਾਚਿੰਗ ਦਿਸ ਚੈਨਲ।